ਹੈਲੋ ਡੀਅਰ ਫਰੈਂਡਸ, ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਇਸ ਵੀਡੀਓ ਵਿੱਚ ਅੱਜ ਅਸੀਂ ਪੰਜਾਬੀ ਭਾਸ਼ਾ ਦੇ ਪ੍ਰੀਵੀਅਸ ਐਗਜ਼ਾਮ ਪੇਪਰ ਦੇ ਕੁਐਸਚਨ ਜਿਹੜੇ 31 ਤੋਂ ਲੈ ਕੇ 60 ਤੱਕ ਸੋਲਵ ਕਰਾਂਗੇ। ਸੋ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜੇ ਵਾਰਤਕ ਨੂੰ ਪੜ੍ਹੋ ਅਤੇ ਹੇਠਾਂ ਲਿਖੇ ਜਿਹੜੇ ਪ੍ਰਸ਼ਨਾਂ ਦੇ ਉੱਤਰ ਦਿਓ 31 ਤੋਂ ਲੈ ਕੇ 37 ਤੱਕ ਇਸ ਵਾਰਤਕ ਨੂੰ ਪੜ੍ਹ ਕੇ ਉਹਨਾਂ ਦੇ ਆਨਸਰਸ ਅਸੀਂ ਦੇਖਣੇ ਆ ਕਿਹੜੇ ਆ। ਸੋ ਕਰਦੇ ਹਾਂ ਸਟਾਰਟ। ਅੱਜ ਅਨੁਸ਼ਾਸਨਹੀਨਤਾ ਦੀਆਂ ਖਬਰਾਂ ਦੇਸ਼ ਦੇ ਕੋਨੇ-ਕੋਨੇ 'ਚ ਸੁਣਾਈ ਦਿੰਦੀਆਂ ਹਨ। ਅਖਬਾਰਾਂ, ਰਸਾਲਿਆਂ ਦੇ ਸਫ਼ੇ ਵਿਦਿਆਰਥੀਆਂ ਦੀ ਅਨੁਸ਼ਾਸਨਹੀਨਤਾ ਦੀਆਂ ਕਹਾਣੀਆਂ ਨਾਲ ਭਰੇ ਹੋਏ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅੱਜ ਕੱਲ੍ਹ ਸਕੂਲਾਂ ਵਿੱਚ ਅਨੁਸ਼ਾਸਨਹੀਨਤਾ ਬਹੁਤ ਵੱਧ ਗਈ ਹੈ। ਦਰਅਸਲ ਕਿਸੇ ਵੀ ਰਾਸ਼ਟਰ ਲਈ ਅਨੁਸ਼ਾਸਨਹੀਨਤਾ ਮੰਦਭਾਗੀ ਗੱਲ ਹੈ, ਵਿਸ਼ੇਸ਼ ਕਰਕੇ ਉਸ ਦੇ ਭਵਿੱਖ ਦੇ ਨਾਗਰਿਕਾਂ ਵਿੱਚ, ਕਿਉਂਕਿ ਦੇਸ਼ ਦਾ ਭਵਿੱਖ ਉਹਨਾਂ 'ਤੇ ਹੀ ਨਿਰਭਰ ਹੁੰਦਾ ਹੈ। ਉਹਨਾਂ ਦੀ ਅਨੁਸ਼ਾਸਨਹੀਨਤਾ ਨਾਲ ਰਾਸ਼ਟਰ ਦੀ ਤਰੱਕੀ ਦਾ ਪੈਂਡਾ ਬਿਖੜਾ ਹੋ ਸਕਦਾ ਹੈ। ਦੇਸ਼ ਵਿੱਚ ਹਫੜਾ ਤਫੜੀ ਪੈਦਾ ਹੋ ਸਕਦੀ ਹੈ। ਪਰੰਤੂ ਸਾਡਾ ਅਨੁਸ਼ਾਸਨਹੀਨਤਾ ਤੋਂ ਕੀ ਭਾਵ ਬੋਧ ਹੈ? ਸਰਲ ਅਰਥਾਂ ਵਿੱਚ ਅਨੁਸ਼ਾਸਨ ਦਾ ਅਰਥ ਨਿਯੰਤਰਣ ਅਤੇ ਵਿਵਸਥਾ ਸਮਝਿਆ ਜਾਂਦਾ ਹੈ। ਇਉਂ ਅਨੁਸ਼ਾਸਨਹੀਨਤਾ ਦਾ ਆਧਾਰ ਹੁੰਦਾ ਹੈ ਨਿਯੰਤਰਣ ਅਤੇ ਵਿਵਸਥਾ ਦੇ ਤਾਲਮੇਲ ਦੀ ਘਾਟ। ਇਸ ਦ੍ਰਿਸ਼ਟੀ ਤੋਂ ਵੇਖਿਆ ਜਾਵੇ, ਜੋ ਸਭ ਤੋਂ ਜ਼ਿਆਦਾ ਨਿਯੰਤਰਿਤ ਅਨੁਸ਼ਾਸਿਤ ਮਸ਼ੀਨਾਂ ਹੁੰਦੀਆਂ ਹਨ, ਮਸ਼ੀਨ ਦਾ ਚੱਲਣਾ ਤੇ ਬੰਦ ਹੋਣਾ ਸਵਿੱਚ ਦੱਬਣਾ 'ਤੇ ਨਿਰਭਰ ਕਰਦਾ ਹੈ। ਸਭ ਕੁਝ ਨਿਯੰਤਰਿਤ ਦੇਖ-ਰੇਖ, ਸਿਰਫ ਹੁਕਮ ਦੀ ਪਾਲਣਾ, ਪਰੰਤੂ ਅਜਿਹੀ ਦੇਖ-ਰੇਖ, ਅਜਿਹਾ ਅਨੁਸ਼ਾਸਨ ਜਿਸ ਨੂੰ ਬਾਹਰੋਂ ਲਾਗੂ ਥੋਪਿਆ ਕੀਤਾ ਗਿਆ ਹੋਵੇ। ਅਸੀਂ ਆਪਣੇ ਵਿਦਿਆਰਥੀਆਂ ਲਈ ਅਜਿਹੇ ਅਨੁਸ਼ਾਸਨ ਦੀ ਉਮੀਦ ਰੱਖ ਸਕਦੇ ਹਾਂ। ਮਸ਼ੀਨਾਂ ਤਾਂ ਖੜੋਤ 'ਚ ਹਨ, ਸੰਵੇਦਨਸ਼ੀਲ ਹਨ, ਵਿਵੇਕਹੀਣ ਹਨ। ਇਉਂ ਅਨੁਸ਼ਾਸਿਤ ਵਿਅਕਤੀ ਵੀ ਜੜ ਹੀ ਰਹੇਗਾ। ਸੰਸਾਰ ਦੇ ਸਮੁੱਚੇ ਚਿੰਤਕ, ਸਿੱਖਿਆ ਸ਼ਾਸਤਰੀ ਇਸ ਮਾਮਲੇ 'ਤੇ ਇੱਕ ਮਤ ਹਨ ਕਿ ਸੱਚਾ ਅਨੁਸ਼ਾਸਨ ਉਹੀ ਹੈ ਜਿਸ ਦਾ ਸੰਬੰਧ ਬਹਿਰੂਨੀ ਨਾ ਹੋ ਕੇ ਅੰਦਰੂਨੀ ਹੋਵੇ। ਦੂਜੇ ਸ਼ਬਦਾਂ ਵਿੱਚ ਅਨੁਸ਼ਾਸਨ ਬਾਹਰੀ ਮਾਹੌਲ ਨਾਲ ਥੋਪਿਆ ਨਾ ਜਾਵੇ, ਸਗੋਂ ਆਪਣੀ ਜ਼ਮੀਰ 'ਚੋਂ ਪੈਦਾ ਹੋਵੇ। ਸਿੱਖਿਆ ਦਾ ਉਦੇਸ਼ ਮਨੁੱਖ ਨੂੰ ਆਜ਼ਾਦ ਬਣਾਉਣਾ ਹੈ, ਗੁਲਾਮ ਬਣਾਉਣਾ ਨਹੀਂ। ਬਾਹਰੋਂ ਥੋਪਿਆ ਅਨੁਸ਼ਾਸਨ ਬੇਗਾਨਗੀ ਦਾ ਅਹਿਸਾਸ ਹੈ। ਇਸ ਲਈ ਸਿੱਖਿਆ ਬਾਹਰੀ ਅਨੁਸ਼ਾਸਨ ਤੋਂ ਆਜ਼ਾਦ ਹੋਣੀ ਚਾਹੀਦੀ ਹੈ। ਅਨੁਸ਼ਾਸਨ ਅਜਿਹਾ ਹੋਵੇ ਜਿਸ ਨੂੰ ਕਿਤੋਂ ਬਾਹਰੋਂ ਨਾ ਲਿਆਂਦਾ ਜਾਵੇ, ਬਲਕਿ ਜਿਹੜਾ ਜਵੇ ਸਹਿਜ ਅਤੇ ਸਰਲ ਰੂਪ ਵਿੱਚ ਉਗਿਆ ਹੋਵੇ। ਇਹ ਉਦੋਂ ਹੀ ਸੰਭਵ ਹੈ ਜਦੋਂ ਇਹ ਬਾਹਰੀ ਅਨੁਸ਼ਾਸਨ ਦੀ ਥਾਂ ਵਿਵੇਕ ਸਿਖਾਵੇ। ਆਗਿਆ ਪਾਲਣ ਦੀ ਥਾਵੇਂ ਵਿਚਾਰ ਬੋਧ ਕਰਨਾ ਸਿਖਾਵੇ। ਸਵੈ ਅਨੁਸ਼ਾਸਨ ਅਤੇ ਵਿਚਾਰ ਸਿੱਖਿਆਕਾਰੀ 'ਚੋਂ ਹੀ ਪੈਦਾ ਹੁੰਦਾ ਹੈ। ਸੋ ਇਸ ਪੈਰੇ ਨੂੰ ਪੜ੍ਹ ਲਿਆ ਹੈ, ਠੀਕ ਹੈ। ਇਸ ਪੈਰੇ ਦੇ ਵਿੱਚੋਂ, ਇਸ ਪੈਰੇ ਦੇ ਅਕੋਰਡਿੰਗ ਇਹਨਾਂ ਦੇ ਕੁਐਸਚਨਸ ਦੇ ਆਨਸਰ ਦੇਣੇ। ਜਿਵੇਂ ਕਿ ਮੈਂ ਹਰ ਵੀਡੀਓ ਦੇ ਵਿੱਚ ਇਹੀ ਦੱਸਦੀ ਹਾਂ ਕਿ ਅਗਰ ਇੱਕ ਵਾਰੀ ਪੜ੍ਹੇ ਤੇ ਪੈਰੇ ਦੇ ਅਰਥ ਨਹੀਂ ਸਮਝ ਆਉਂਦੇ, ਇਹ ਵੀ ਨਹੀਂ ਜ਼ਰੂਰੀ ਹੈ ਕਿ ਪੂਰਾ ਪੰਜਾਬੀ ਵਿੱਚ ਈਜ਼ਲੀ ਸਮਝ ਲੱਗ ਜਾਂਦਾ, ਬਟ ਇਹ ਪ੍ਰੋਬਲਮ ਇੰਗਲਿਸ਼ ਦੇ ਵਿੱਚ ਆਉਂਦੀ ਹੈ ਕਿ ਜੇ ਇੱਕ ਵਾਰੀ ਪੜ੍ਹੇ ਤੇ ਨਹੀਂ ਸਮਝ ਲੱਗਦਾ, ਉਸਨੂੰ ਦੁਬਾਰਾ ਰਿਪੀਟ ਕਰਕੇ ਪੜ੍ਹੋ। ਪੜ੍ਹਨ ਤੋਂ ਬਾਅਦ ਹੀ ਉਹਨਾਂ ਦੇ ਜਿਹੜੇ ਆਨਸਰਸ ਉਹ ਦਿੱਤੇ ਜਾਣ। ਅਨੁਸ਼ਾਸਿਤ ਵਿਅਕਤੀ, ਫਸਟ ਕੁਐਸਚਨ ਹੈ, ਅਨੁਸ਼ਾਸਿਤ ਵਿਅਕਤੀ ਜਦੋਂ ਖੜੋਤ ਜਾਂ ਜੜ ਹੋ ਜਾਂਦਾ ਹੈ। ਆਪਸ਼ਨ ਏ, ਜਦੋਂ ਉਹ ਸਵੈ ਨਿਯੰਤਰਣ ਦੀ ਸ਼ਕਤੀ ਖੋ ਬੈਠਦਾ ਹੈ। ਆਪਸ਼ਨ ਬੀ, ਜਦੋਂ ਬਾਹਰੀ ਦਬਾਅ ਉਸ ਨੂੰ ਭੈਭੀਤ ਕਰ ਦਿੰਦੇ ਹਨ। ਆਪਸ਼ਨ ਸੀ, ਜਦੋਂ ਉਹਨਾਂ ਦੀਆਂ ਇੱਛਾਵਾਂ ਬਹੁਤ ਵੱਧ ਜਾਂਦੀਆਂ ਹਨ। ਆਪਸ਼ਨ ਡੀ, ਜਦੋਂ ਪ੍ਰਗਤੀ ਦਾ ਪੈਂਡਾ ਬਿਖੜਾ ਹੋ ਜਾਂਦਾ ਹੈ। ਸੋ ਸਾਡਾ ਆਨਸਰ ਕੀ ਹੋਵੇਗਾ? 31 ਦਾ ਆਨਸਰ ਸਾਡਾ ਕੀ ਹੋਵੇਗਾ? ਆਪਸ਼ਨ ਨੰਬਰ ਬੀ, ਜਦੋਂ ਬਾਹਰੀ ਦਬਾਅ ਉਸ ਨੂੰ ਭੈਭੀਤ ਕਰ ਦਿੰਦੇ ਹਨ। ਜਦੋਂ ਬਾਹਰੀ ਦਬਾਅ ਉਸ ਨੂੰ ਭੈਭੀਤ ਕਰ ਦਿੰਦੇ ਹਨ।
ਨੈਕਸਟ ਕੁਐਸਚਨ ਨੰਬਰ 32, ਇੱਥੇ ਭਵਿੱਖ ਦੇ ਨਾਗਰਿਕਾਂ ਤੋਂ ਕੀ ਭਾਵ ਹੈ? ਭਵਿੱਖ ਦੇ ਨਾਗਰਿਕਾਂ ਤੋਂ ਕੀ ਭਾਵ ਹੈ? ਆਪਸ਼ਨ ਏ, ਬਾਹਰੋਂ ਨਾਗਰਿਕ ਬਣਨ ਆਏ ਵਿਅਕਤੀ, ਪਹਿਲਾ ਨਾਗਰਿਕ ਰਹਿ ਚੁੱਕੇ ਲੋਕ, ਅਜਿਹੇ ਵਿਅਕਤੀ ਜਿਨ੍ਹਾਂ ਨੇ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦਾਖਲ ਕੀਤੀ ਹੋਵੇ, ਸਾਡੀ ਉਹ ਪੀੜ੍ਹੀ ਜਿਹੜੀ ਭਵਿੱਖ ਵਿੱਚ ਦੇਸ਼ ਦਾ ਭਾਰ ਸੰਭਾਲੇਗੀ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਡੀ। ਇੱਥੇ ਭਵਿੱਖ ਦੇ ਨਾਗਰਿਕ ਤੋਂ ਕੀ ਭਾਵ ਹੈ? ਸਾਡੀ ਉਹ ਪੀੜ੍ਹੀ ਜਿਹੜੀ ਭਵਿੱਖ ਵਿੱਚ ਦੇਸ਼ ਦਾ ਭਾਰ ਸੰਭਾਲੇਗੀ। ਸੋ ਰਾਈਟ ਆਪਸ਼ਨ ਇਜ਼ ਡੀ। ਨੈਕਸਟ ਕੁਐਸਚਨ ਨੰਬਰ 33, ਅਖਬਾਰਾਂ ਰਸਾਲਿਆਂ ਵਿੱਚ ਵਿਦਿਆਰਥੀਆਂ ਦੀਆਂ ਅਨੁਸ਼ਾਸਨਹੀਨਤਾ ਦੀਆਂ ਕਹਾਣੀਆਂ ਭਰੀਆਂ ਹੁੰਦੀਆਂ ਹਨ ਕਿਉਂਕਿ ਵਿਦਿਆਰਥੀਆਂ ਦੁਆਰਾ, ਆਪਸ਼ਨ ਏ, ਅਨੁਸ਼ਾਸਨਹੀਨਤਾ 'ਤੇ ਕਹਾਣੀਆਂ ਲਿਖੀਆਂ ਜਾ ਸਕਦੀਆਂ ਹਨ, ਅਨੁਸ਼ਾਸਨਹੀਨਤਾ ਦੀਆਂ ਖਬਰਾਂ ਪਸੰਦ ਕੀਤੀਆਂ ਜਾ ਰਹੀਆਂ ਹਨ, ਅਨੁਸ਼ਾਸਨਹੀਨਤਾ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਅਨੁਸ਼ਾਸਨਹੀਨਤਾ ਨੂੰ ਅਪਣਾਇਆ ਜਾ ਰਿਹਾ ਹੈ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਡੀ, ਅਨੁਸ਼ਾਸਨਹੀਨਤਾ ਨੂੰ ਅਪਣਾਇਆ ਜਾ ਰਿਹਾ ਹੈ। ਅਨੁਸ਼ਾਸਨਹੀਨਤਾ ਨੂੰ ਅਪਣਾਇਆ ਜਾ ਰਿਹਾ ਹੈ। ਅਖਬਾਰਾਂ ਰਸਾਲਿਆਂ ਵਿੱਚ ਵਿਦਿਆਰਥੀਆਂ ਦੀਆਂ ਅਨੁਸ਼ਾਸਨਹੀਨਤਾ ਦੀਆਂ ਕਹਾਣੀਆਂ ਭਰੀਆਂ ਹੁੰਦੀਆਂ ਹਨ ਕਿਉਂਕਿ ਵਿਦਿਆਰਥੀਆਂ ਨੂੰ ਅਨੁਸ਼ਾਸਨਹੀਨਤਾ ਨੂੰ ਅਪਣਾਇਆ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਅਨੁਸ਼ਾਸਨਹੀਨਤਾ ਨੂੰ ਅਪਣਾਇਆ ਜਾ ਰਿਹਾ ਹੈ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਡੀ। ਨੈਕਸਟ ਕੁਐਸਚਨ, ਅਨੁਸ਼ਾਸਨਹੀਨਤਾ ਵਿੱਚ ਪਿਛੇਤਰ ਹੈ। ਅਨੁਸ਼ਾਸਨਹੀਨਤਾ ਵਿੱਚ ਪਿਛੇਤਰ ਹੈ। ਆਪਸ਼ਨ ਏ ਅਨੂ, ਆਪਸ਼ਨ ਬੀ ਤਾ, ਆਪਸ਼ਨ ਸੀ ਹੀਨਤਾ, ਆਪਸ਼ਨ ਡੀ ਇਤਾ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਬੀ ਤਾ, ਕਿਉਂਕਿ ਅਨੁਸ਼ਾਸਨਹੀਨ ਪੂਰਾ ਤੇ ਉਹਦੇ ਵਿੱਚ ਪਿਛੇਤਰ ਕੀ ਲੱਗਾ ਹੋਇਆ? ਤਾ, ਅਨੁਸ਼ਾਸਨਹੀਨਤਾ। ਇਕੱਲਾ ਵਰਡ ਅਨੁਸ਼ਾਸਨਹੀਨ ਪਿਛੇਤਰ ਲਗਾ ਕੇ ਉਹਦਾ ਤਾ ਜਿਹੜਾ ਪਿਛੇਤਰ ਲਗਾਤਾ ਤਾਂ ਅਨੁਸ਼ਾਸਨਹੀਨਤਾ। ਨੈਕਸਟ ਕੁਐਸਚਨ ਨੰਬਰ 35, ਵਿਦਿਆਰਥੀਆਂ ਵਿੱਚ ਇਸ ਵਾਰਤਕ ਦਾ ਸਾਰ ਤੱਤ ਹੈ। ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਨਤਾ ਦਾ ਬੋਲਬਾਲਾ ਹੈ। ਅਨੁਸ਼ਾਸਨਹੀਨਤਾ ਨਾਲ ਰਾਸ਼ਟਰ ਤਰੱਕੀ ਨਹੀਂ ਕਰ ਰਿਹਾ। ਅਨੁਸ਼ਾਸਨ ਉਹ ਹੈ ਜਿਹੜਾ ਵਿਵੇਕ ਅਤੇ ਵਿਚਾਰ 'ਤੇ ਆਧਾਰਿਤ ਹੋਵੇ। ਬਹਿਰੂਨੀ ਅਨੁਸ਼ਾਸਨ ਦੇ ਬਿਨਾਂ ਅੰਦਰੂਨੀ ਅਨੁਸ਼ਾਸਨ ਸੰਭਵ ਨਹੀਂ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਸੀ। ਆਪਸ਼ਨ ਨੰਬਰ ਸੀ ਇਜ਼ ਦ ਰਾਈਟ ਆਪਸ਼ਨ, ਇਜ਼ ਦ ਰਾਈਟ ਆਨਸਰ। ਨੈਕਸਟ ਕੁਐਸਚਨ ਨੰਬਰ 36, ਅਸੀਂ ਆਪਣੇ ਵਿਦਿਆਰਥੀਆਂ ਲਈ ਅਜਿਹਾ ਅਨੁਸ਼ਾਸਨ ਚਾਹੁੰਦੇ ਹਾਂ ਜਿਸ ਵਿੱਚ ਉਹ ਮਸ਼ੀਨੀ ਢੰਗ ਨਾਲ ਕਾਰਜ ਕਰ ਸਕਣ, ਨਿਗਰਾਨੀ ਬਾਹਰੋਂ ਕੀਤੀ ਜਾਵੇ, ਆਗਿਆ ਪਾਲਣ 'ਤੇ ਜ਼ੋਰ ਦਿੱਤਾ ਜਾਵੇ, ਬਾਹਰੀ ਦਬਾਅ ਨਾ ਬਣਾਇਆ ਜਾਵੇ। ਸੋ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਡੀ, ਬਾਹਰੀ ਦਬਾਅ ਨਾ ਬਣਾਇਆ ਜਾਵੇ ਇਜ਼ ਅ ਰਾਈਟ ਆਨਸਰ। ਆਪਸ਼ਨ ਨੰਬਰ ਡੀ। ਨੈਕਸਟ ਕੁਐਸਚਨ ਨੰਬਰ 37, ਸਿੱਖਿਆ ਦਾ ਮੁੱਖ ਉਦੇਸ਼ ਹੈ ਵਿਦਿਆਰਥੀਆਂ ਨੂੰ ਡੈਸ਼ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਣਾ। ਆਪਸ਼ਨ ਬੀ ਵਿਵੇਕ ਸਿਖਾਉਣਾ, ਆਪਸ਼ਨ ਸੀ ਆਗਿਆ ਕਰਨਾ ਸਿਖਾਉਣਾ, ਆਪਸ਼ਨ ਡੀ ਕਾਰੋਬਾਰ ਸਿਖਾਉਣਾ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਹੇਠ ਲਿਖੀ ਕਵਿਤਾ ਦਾ ਅਧਿਐਨ ਕਰਕੇ ਸਵਾਲਾਂ ਦੇ ਜਵਾਬ ਦਿਓ। 38 to 45, 45। ਸੋ ਇੱਕ ਕਵਿਤਾ ਦਿੱਤੀ ਗਈ ਆ, ਕਵਿਤਾ ਨੂੰ ਪੜ੍ਹ ਕੇ ਸੇਮ ਇਸੇ ਤਰ੍ਹਾਂ ਉਹਨਾਂ ਦੇ ਵੀ ਆਨਸਰਸ ਦੇਣੇ ਆ। ਸੋ ਦੇਖਦੇ ਹਾਂ। ਅੰਨਦਾਤਾ ਮੇਰੀ ਜੀਭ 'ਤੇ ਤੇਰਾ ਲੂਣੇ, ਤੇਰਾ ਨਾਂ ਮੇਰੇ ਬਾਪ ਦਿਆਂ ਹੋਠਾਂ 'ਤੇ,
ਤੇ ਮੇਰੇ ਇਸ ਬੁੱਤ ਵਿੱਚ ਮੇਰੇ ਬਾਪ ਦਾ ਖੂਨ ਏ, ਮੈਂ ਕਿਵੇਂ ਬੋਲਾਂ। ਬੋਲਣ ਤੋਂ ਪਹਿਲਾਂ ਬੋਲ ਪੈਂਦਾ ਏ ਤੇਰਾ ਅੰਨ। ਕੁਝ ਕੁ ਬੋਲ ਸਨ ਪਰ ਅਸੀਂ ਅੰਨ ਦੇ ਕੀੜੇ, ਤੇ ਅੰਨ ਪਾਰ ਹੇਠਾਂ ਉਹ ਦੱਬੇ ਗਏ ਹਾਂ ਅੰਨਦਾਤਾ। ਕਾਮੇ ਮਾਂ ਬਾਪ ਦਿੱਤੇ, ਕਾਮੇ ਨੇ ਜੰਮ, ਕਾਮੇ ਦਾ ਹੀ ਕੰਮ ਹੈ ਸਿਰਫ ਕੰਮ, ਬਾਕੀ ਵੀ ਤਾਂ ਕੰਮ ਕਰਦੇ ਇਹੋ ਹੀ ਚੰਮ। ਉਹ ਵੀ ਇੱਕ ਕੰਮ, ਇਹ ਵੀ ਇੱਕ ਕੰਮ, ਅੰਨਦਾਤਾ। ਮੈਂ ਚੰਮ ਦੀ ਗੁੱਡੀ, ਖੇਡ ਲੈ ਖਿਡਾ ਲੈ, ਲਹੂ ਦਾ ਪਿਆਲਾ ਪੀ ਲੈ ਪਿਲਾ ਲੈ, ਤੇਰੇ ਸਾਵੇ ਖੜੀ ਹਾਂ ਆ, ਵਰਤਨ ਦੀ ਸ਼ੈ ਜਿਵੇਂ ਚਾਹੇ ਵਰਤ ਲੈ। ਉੱਗੀ ਹਾਂ, ਪੀਸੀ ਹਾਂ, ਗੁੱਜੀ ਹਾਂ, ਵੇਲੀ ਹਾਂ, ਤੇ ਅੱਜ ਤੱਤੇ ਤਵੇ ਉੱਤੇ ਜਿਵੇਂ ਚਾਹੇ ਪਰਤ ਲੈ। ਮੈਂ ਬੁਰਕੀ ਤੋਂ ਵੱਧ ਕੁਝ ਨਹੀਂ, ਜਿਵੇਂ ਚਾਹੇ ਨਿਗਲ ਲੈ। ਤੂੰ ਲਾਵੇਂ ਤੋਂ ਵੱਧ ਕੁਝ ਨਹੀਂ, ਜਿੰਨਾ ਚਾਹੇ ਪਿਘਲ ਲੈ। ਲਾਵੇਂ 'ਚ ਲਪੇਟ ਲੈ, ਕਦਮਾਂ 'ਚ ਖੜੀ ਹਾਂ, ਬਾਹਾਂ 'ਚ ਸਮੇਟ ਲੈ। ਚੁੰਮ ਲੈ, ਚੱਟ ਲੈ, ਤੇ ਫਿਰ ਰਹਿੰਦ ਖੂੰਦ ਉਹਦਾ ਵੀ ਕੁਝ ਵਟ ਲੈ। ਅੰਨਦਾਤਾ। ਮੇਰੀ ਜ਼ੁਬਾਨ 'ਤੇ ਇਨਕਾਰ, ਇਹ ਕਿਵੇਂ ਹੋ ਸਕਦਾ। ਹਾਂ ਪਿਆਰ, ਇਹ ਤੇਰੇ ਮਤਲਬ ਦੀ ਸ਼ੈ ਨਹੀਂ। ਸੋ ਇਹ ਸੀਗੀਆਂ ਕਵਿਤਾ ਦੀਆਂ ਲਾਈਨਾਂ, ਕਾਵਿ ਸਤਰਾਂ ਦਿੱਤੀਆਂ ਹੋਈਆਂ ਸੀ। ਸੋ ਇਹਨਾਂ ਦੇ ਜਿਹੜੇ ਕੁਐਸਚਨ ਆ ਉਹਨਾਂ ਨੂੰ ਦੇਖਦੇ ਹਾਂ। ਸੋ ਕੁਐਸਚਨ ਨੰਬਰ 38, ਅੰਨਦਾਤਾ ਨਜ਼ਮ ਵਾਰਤਕ ਵਿੱਚ ਔਰਤ ਮਰਦ ਦੇ ਸੁਖਾਵੇਂ ਰਿਸ਼ਤੇ ਨੂੰ ਪ੍ਰਭਾਵਿਤ ਕਰਦੀ ਹੈ। ਔਰਤ ਸਵੈ ਨਿਰਭਰ ਹੋ ਕੇ ਮਰਦਾਵੀ ਹਊ ਨੂੰ ਪ੍ਰਵਾਨ ਕਰਦੀ ਹੈ। ਪਰੰਪਰਾ ਅਤੇ ਵਰਤਮਾਨ ਦੇ ਸੰਦਰਭਾਂ ਵਿੱਚ ਵਰਤਮਾਨ ਸਮਾਜ ਦੀ ਨਾਰੀ ਸਮੱਸਿਆ 'ਤੇ ਕੇਂਦਰਿਤ ਹੈ। ਪਰੰਪਰਾ ਨੂੰ ਰੱਦ ਕਰਕੇ ਵਰਤਮਾਨ ਵਿੱਚ ਨਾਰੀ ਦੀ ਸਵੈ ਨਿਰਭਰਤਾ ਦਾ ਬਿੰਬ ਸਿਰਜਿਆ ਹੈ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ। ਰਾਈਟ ਆਨਸਰ ਸਾਡਾ ਕੀ ਹੋਵੇਗਾ, ਆਪਸ਼ਨ ਨੰਬਰ ਸੀ। ਪਰੰਪਰਾ ਅਤੇ ਵਰਤਮਾਨ ਦੇ ਸੰਦਰਭਾਂ ਵਿੱਚ ਵਰਤਮਾਨ ਸਮਾਜ ਦੀ ਨਾਰੀ ਸਮੱਸਿਆ 'ਤੇ ਕੇਂਦਰਿਤ ਹੁੰਦੀ ਹੈ। ਆਪਸ਼ਨ ਨੰਬਰ ਸੀ। ਨੈਕਸਟ ਕੁਐਸਚਨ ਨੰਬਰ 39, ਰੋਮਾਂਸਵਾਦੀ ਕਾਵਿ ਪ੍ਰਵਿਰਤੀ, ਪ੍ਰਗਤੀਵਾਦੀ ਕਾਵਿ ਪ੍ਰਵਿਰਤੀ, ਨਾਰੀ ਅਤੇ ਦਲਿਤ ਚੇਤਨਾ, ਨਾਰੀਵਾਦੀ ਚੇਤਨਾ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ, ਆਪਸ਼ਨ ਨੰਬਰ ਡੀ, ਨਾਰੀਵਾਦੀ ਚੇਤਨਾ। ਨਾਰੀਵਾਦੀ ਚੇਤਨਾ। ਨੈਕਸਟ ਕੁਐਸਚਨ ਨੰਬਰ 40, ਅੰਨ ਦੇ ਕੀੜੇ ਤੇ ਚੰਮ ਦੀ ਗੁੱਡੀ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ। ਅੰਨ ਦੇ ਕੀੜੇ ਤੇ ਚੰਮ ਦੀ ਗੁੱਡੀ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ। ਏ ਉਪਮਾ ਅਲੰਕਾਰ, ਬੀ ਦ੍ਰਿਸ਼ਟਾਂਤ ਅਲੰਕਾਰ, ਸੀ ਅਨੁਪ੍ਰਸਥ ਅਲੰਕਾਰ, ਡੀ ਰੂਪਕ ਅਲੰਕਾਰ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ, ਆਪਸ਼ਨ ਨੰਬਰ ਡੀ, ਰੂਪਕ ਅਲੰਕਾਰ ਨੂੰ ਵਰਤਿਆ ਗਿਆ ਹੈ। ਨੈਕਸਟ ਕੁਐਸਚਨ ਨੰਬਰ 41, ਮੈਂ ਕਿਵੇਂ ਬੋਲਾਂ ਉਹ ਦੱਬੇ ਗਏ ਹਨ। ਇਹਨਾਂ ਸਤਰਾਂ ਦਾ ਕਾਵਿ ਅਵਚੇਤਨ ਔਰਤ ਦੀ ਦੁਖਾਂਤਕ ਤੇ ਅਚੇਤ ਸਥਿਤੀ ਨੂੰ ਪੇਸ਼ ਕਰਦਾ ਹੈ। ਔਰਤ ਦੀ ਆਵਾਜ਼ ਬੁਲੰਦ ਹੈ, ਪਰੰਤੂ ਸੰਗ ਤੇ ਲੱਜਾ ਦਾ ਭਾਵ ਅਲੰਕ੍ਰਿਤ ਹੁੰਦਾ ਹੈ। ਨਾਰੀ ਦੀ ਦੁਖਾਂਤਕ ਸਥਿਤੀ ਬਾਰੇ ਸੁਚੇਤ ਹੈ, ਪਰੰਤੂ ਬੇਬਸੀ ਦੀ ਪ੍ਰਗਟਾਓ ਮੂਲਕ ਸਥਿਤੀ ਦਾ ਵਿਅੰਗ ਸਿਰਜਦਾ ਹੈ। ਨਾਰੀ ਦੇ ਅਚੇਤ ਪ੍ਰਤੀਰੋਧ ਦਾ ਸੁਖਾਂਤਕ ਬਿੰਬ ਉਲੀਕਦਾ ਹੈ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ, ਆਪਸ਼ਨ ਨੰਬਰ
C. Option number C is the right answer. So next question number 42. ਕਾਵ ਤੁਕਾਂ ਦੇ ਕਾਮੇ ਮਾਂ ਬਾਪ ਦਿੱਤੇ ਇਹ ਕੰਮ ਡੈਸ਼, ਇਹ ਇੱਕ ਕੰਮ ਡੈਸ਼ ਵਿੱਚ ਸ਼ਾਇਰਾ ਪਰੰਪਰਾ। ਆਪਸ਼ਨ A ਦੇ ਗੌਰਵਸ਼ਾਲੀ ਅਧਿਆਇ ਦਾ ਵਿਸਥਾਰ ਸਿਰਜਦੀ ਹੈ, ਵਿੱਚ ਨਾਰੀ ਦੀ ਦਮਨਕ੍ਰਿਤ ਸਥਿਤੀ ਅਤੇ ਪੁਸ਼ਤ ਦਰ ਪੁਸ਼ਤ ਦੀ ਗੁਲਾਮੀ ਦਾ ਹਵਾਲਾ ਦਿੰਦੀ ਹੈ, ਵਿੱਚ ਨਾਰੀ ਦੇ ਸੰਘਰਸ਼ ਦਾ ਤਸਵੀਰਕਸ਼ੀ ਕਰਦੀ ਹੈ, ਵਿੱਚ ਜਮਾਤੀ ਸੰਘਰਸ਼ ਦੀ ਨਿਸ਼ਾਨਦੇਹੀ ਕਰਦੀ ਹੈ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ B। ਆਪਸ਼ਨ ਨੰਬਰ B। ਨੈਕਸਟ ਕੁਐਸਚਨ ਨੰਬਰ 43। ਇਸ ਕਵਿਤਾ ਦਾ ਕੇਂਦਰੀ ਸੂਰਤ ਅੰਨਦਾਤਾ ਸ਼ਬਦ ਦੁਆਲੇ ਕੇਂਦਰਿਤ ਹੈ। ਅੰਨਦਾਤਾ ਦਾ ਭਾਵ ਬੋਧ ਹੈ ਖਾਦ ਪਦਾਰਥਾਂ ਦਾ ਉਤਪਾਦਨ ਕਰਨ ਵਾਲਾ, ਕਿਰਸਾਨੀ ਸੰਕਟ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨ ਵਾਲਾ, ਇਸਤਰੀ ਤੇ ਕਬਜ਼ੇ ਦੀ ਨੀਤੀ ਦਾ ਵਾਹਕ, ਇਸਤਰੀ ਨੂੰ ਸਵੈ ਨਿਰਭਰ ਬਣਾਉਣ ਦਾ ਇਰਾਦਾ ਰੱਖਣ ਵਾਲਾ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ C, ਇਸਤਰੀ ਤੇ ਕਬਜ਼ੇ ਦੀ ਨੀਤੀ ਦਾ ਵਾਹਕ। ਸੋ ਨੈਕਸਟ ਕੁਐਸਚਨ। ਮੈਂ ਚੰਮ ਦੀ ਗੁੱਡੀ ਖੇਡ ਲੈ ਖਿਡਾ ਲੈ ਇਕਾਰੀ ਸਤਰ ਦਾ ਭਾਵ ਪ੍ਰਵਚਨ ਮੰਡੀ ਵਿੱਚ ਯੁੱਗ ਵਿੱਚ ਔਰਤ ਦੀ ਗਲੈਮਰੀ ਬਿੰਬ ਨੂੰ ਸਥਾਪਿਤ ਕਰਦਾ ਹੈ। ਔਰਤ ਸਵੈ ਨਿਰਭਰ ਹੋ ਕੇ ਮਰਦਾਵੀ ਹਊ ਨੂੰ ਸਿਰਜਦੀ ਹੈ। ਔਰਤ ਮਰਦ ਦੇ ਇਕਸਾਰਤਾ ਦੇ ਬਰਾਬਰੀ ਭਾਵ ਨੂੰ ਸਿਰਜਦਾ ਹੈ। ਨਾਰੀ ਦੇ ਵਸਤੂ ਰੂਪ ਵਜੋਂ ਅਰਥ ਸੰਗੋੜਨ 'ਤੇ ਕੇਂਦਰਿਤ ਹੈ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ D। ਆਪਸ਼ਨ ਨੰਬਰ D। ਨੈਕਸਟ ਕੁਐਸਚਨ। ਕਵਿਤਾ ਦੀ ਸ਼ੈਲੀ ਸਵੈ ਬੋਧਨੀ ਹੈ, ਸਵੈ ਸੰਬੋਧਨੀ ਹੈ, B ਰਸ ਨਾਲ ਭਰਪੂਰ ਹੈ, ਉਦਾਤ ਹੈ, ਮਨੋਵਚਨੀ, ਸੰਬੋਧਨੀ ਅਤੇ ਵਿਅੰਗਾਤਮਕ ਹੈ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ D ਮਨੋਵਚਨੀ, ਸੰਬੋਧਨੀ ਅਤੇ ਵਿਅੰਗਾਤਮਕ ਹੈ। ਵਿਅੰਗਾਤਮਕ ਹੈ। ਸੋ ਆਪਸ਼ਨ ਨੰਬਰ D। ਨੈਕਸਟ ਕੁਐਸਚਨ। ਕਵਿਤਾ ਤੋਂ ਭਾਵ ਹੈ, ਕਵਿਤਾ ਤੋਂ ਭਾਵ ਹੈ। ਸੋ ਸਾਡਾ ਆਨਸਰ ਕੀ ਹੋਵੇਗਾ? ਲੈਆਤਮਕ, ਪੇਸ਼ਕਾਰੀ, ਭਾਸ਼ਾ ਦੀ ਖੂਬਸੂਰਤੀ, ਭਾਵਨਾਵਾਂ ਦਾ ਵਹਿਣ, ਉਪਰੋਕਤ ਸਾਰੇ। ਸੋ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ D ਉਪਰੋਕਤ ਸਾਰੇ। ਨੈਕਸਟ ਕੁਐਸਚਨ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਵਧੀਆ ਲਿਖਤ ਲਈ ਸਭ ਤੋਂ ਘੱਟ ਮਹੱਤਵਪੂਰਨ ਹੈ? ਸੋ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ D ਸਰੋਤਿਆਂ ਦੀ ਸਮਝ। ਸਰੋਤਿਆਂ ਦੀ ਸਮਝ। ਨੈਕਸਟ ਕੁਐਸਚਨ। ਉਪਚਾਰ ਅਧਿਆਪਨ ਕਰਵਾਏ ਜਾਣ ਦਾ ਅਧਿਕਾਰ। ਉਪਚਾਰ ਅਧਿਆਪਨ ਕਰਾਏ ਜਾਣ ਦਾ ਅਧਿਕਾਰ ਕੀ ਹੋਵੇਗਾ? ਆਪਸ਼ਨ ਨੰਬਰ B ਨਿਦਾਨ। ਆਪਸ਼ਨ ਨੰਬਰ B ਨਿਦਾਨ। ਨੈਕਸਟ ਕੁਐਸਚਨ 49। ਇੱਕ ਪੈਰੇ ਦਾ ਮੁਲਾਂਕਣ ਕਰਦਿਆਂ ਧਿਆਨ 'ਚ ਰੱਖਣ ਵਾਲੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਵਿਸ਼ੇਸ਼ਤਾ ਹੁੰਦੀ ਹੈ? ਆਪਸ਼ਨ ਨੰਬਰ D ਸੰਗਤੀ। ਆਪਸ਼ਨ ਨੰਬਰ D ਸੰਗਤੀ। ਆਪਸ਼ਨ ਨੰਬਰ D ਸੰਗਤੀ। ਨੈਕਸਟ ਕੁਐਸਚਨ 50। ਇੱਕ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀ ਨੂੰ ਉੱਤਰ ਦੇਣ, ਸਮੂਹ ਵਿੱਚ ਵਿਚਾਰ ਵਟਾਂਦਰਾ ਕਰਨ ਤੇ ਮੇਲ ਜੋਲ ਰਾਹੀਂ ਸਿੱਖਣ ਦੀ ਨੀਤੀ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ। ਉਸ ਦੀ ਇਹ ਪਹੁੰਚ ਕਿਹੜੇ ਅਸੂਲ 'ਤੇ ਆਧਾਰਿਤ ਹੈ? ਨਿਰਦੇਸ਼ਿਤ ਸਿੱਖਿਆ, ਯੋਜਨਾਬੱਧ ਸਿੱਖਿਆ, ਵਿਅਕਤੀਗਤ ਹਦਾਇਤਾਂ, ਸਰਗਰਮ ਸਹਿਭਾਗਤਾ। ਸੋ ਇਸ ਦਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ D ਸਰਗਰਮ ਸਹਿਭਾਗਤਾ ਦੇ।
ਨੈਕਸਟ ਕੁਐਸਚਨ, ਕੁਐਸਚਨ ਨੰਬਰ 41 ਸਿੱਖਿਆਰਥੀਆਂ 'ਚ ਪੜ੍ਹਨ ਦੀ ਸਮਝ ਬਣਾਉਣ ਲਈ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ। ਉਹਨਾਂ ਸ਼ਬਦ ਕੋਸ਼ ਦੇ ਔਖੇ ਸ਼ਬਦਾਂ ਦੇ ਅਰਥ ਲੱਭਣ ਲਈ ਆਖਣਾ, ਉਹਨਾਂ ਨੂੰ ਚੁੱਪਚਾਪ ਪੜ੍ਹਨ ਅਤੇ ਦਿੱਤੇ ਹੋਏ ਸਵਾਲਾਂ ਦੇ ਉੱਤਰ ਦੇਣ ਲਈ ਆਖਣਾ, ਉਹਨਾਂ ਨੂੰ ਪੜ੍ਹੀ ਜਾਣ ਵਾਲੀ ਸਤਰ 'ਤੇ ਧਿਆਨ ਦੇਣ ਲਈ ਅਤੇ ਉਸ ਹੇਠਾਂ ਉਂਗਲ ਜਾਂ ਪੈਨਸਲ ਚਲਾਉਣ ਲਈ ਆਖਣਾ, ਪਾਠ ਨੂੰ ਉੱਚੀ ਉੱਚੀ ਪੜ੍ਹਨ ਲਈ ਆਖਣਾ। ਸੋ ਰਾਈਟ ਆਪਸ਼ਨ ਸਾਡਾ ਕੀ ਹੋਵੇਗਾ? ਰਾਈਟ ਆਪਸ਼ਨ ਕੀ ਹੋਵੇਗਾ? ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ ਬੀ, ਉਹਨਾਂ ਨੂੰ ਚੁੱਪਚਾਪ ਪੜ੍ਹਨ ਅਤੇ ਦਿੱਤੇ ਗਏ ਸਵਾਲਾਂ ਦੇ ਉੱਤਰ ਦੇਣ ਲਈ ਆਖਣਾ। ਨੈਕਸਟ ਕੁਐਸਚਨ, ਕੁਐਸਚਨ ਨੰਬਰ 52, ਅਧਿਆਪਕ ਲਈ ਭਾਸ਼ਾ ਦੀ ਜਮਾਤ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਬਣਾਈ ਰੱਖਣ ਵਾਸਤੇ ਸਭ ਤੋਂ ਕਾਰਗਰ ਨੀਤੀ ਹੋਣੀ ਚਾਹੀਦੀ ਹੈ। ਕਾਲੇ ਫੱਟੇ ਦੀ ਬਹੁਤ ਜ਼ਿਆਦਾ ਵਰਤੋਂ ਕਰਨਾ, ਜਦ ਵੀ ਸੰਭਵ ਹੋਵੇ ਵਿਚਾਰ ਵਟਾਂਦਰਾ ਕਰਨਾ, ਵਿਸ਼ੇ ਨੂੰ ਉਹਨਾਂ ਦੀਆਂ ਜੀਵਨ ਸਥਿਤੀਆਂ ਨਾਲ ਸੰਬੰਧਿਤ ਕਰਨਾ, ਬਹੁਤ ਸਾਰੇ ਸਵਾਲ ਪੁੱਛਣਾ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਸੀ, ਕਿਸ ਵਿਸ਼ੇ ਨੂੰ ਉਹਨਾਂ ਦੀਆਂ ਜੀਵਨ ਸਥਿਤੀਆਂ ਨਾਲ ਸੰਬੰਧਿਤ ਕਰਨਾ। ਨੈਕਸਟ ਕੁਐਸਚਨ, ਕਿਸੇ ਵਿਅਕਤੀ ਵੱਲੋਂ ਬੋਲਦੇ ਅਤੇ ਲਿਖਦੇ ਹੋਏ ਸਹਿਜੇ ਹੀ ਵਰਤਨ ਜਾਣ ਵਾਲੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ। ਕਿਰਿਆਸ਼ੀਲ ਸ਼ਬਦਾਵਲੀ, ਅਕਿਰਿਆਸ਼ੀਲ ਸ਼ਬਦਾਵਲੀ, ਪ੍ਰਤੱਖ ਸ਼ਬਦਾਵਲੀ, ਅਪ੍ਰਤੱਖ ਸ਼ਬਦਾਵਲੀ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਏ। ਆਪਸ਼ਨ ਨੰਬਰ ਏ, ਕਿਰਿਆਸ਼ੀਲ ਸ਼ਬਦਾਵਲੀ। ਨੈਕਸਟ ਕੁਐਸਚਨ, ਕੁਐਸਚਨ ਨੰਬਰ 54, ਹੇਠਾਂ ਵਿੱਚੋਂ ਕਿਹੜਾ ਢੰਗ ਸਿੱਖਿਆਰਥੀਆਂ ਦੇ ਪੜ੍ਹਨ ਕੌਸ਼ਲ ਨੂੰ ਸੁਧਾਰਨ ਲਈ ਸਭ ਤੋਂ ਬਿਹਤਰ ਹੈ? ਉਹਨਾਂ ਨੂੰ ਔਖਾ ਅਤੇ ਚੁਣੌਤੀ ਭਰਪੂਰ ਕਾਰਜ ਦੇਣਾ, ਉਹਨਾਂ ਨੂੰ ਉੱਚੀ ਉੱਚੀ ਪੜ੍ਹਨ ਲਈ ਆਖਣਾ, ਵਿਭਿੰਨ ਪ੍ਰਕਾਰ ਦੀ ਪੜ੍ਹਨ ਸਮੱਗਰੀ ਪ੍ਰਦਾਨ ਕਰਨਾ, ਉਹਨਾਂ ਨੂੰ ਇੱਕੋ ਪਾਠ ਬਾਰ-ਬਾਰ ਪੜ੍ਹਨ ਲਈ ਆਖਣਾ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਸੀ। ਆਪਸ਼ਨ ਨੰਬਰ ਸੀ। ਨੈਕਸਟ ਕੁਐਸਚਨ, ਮਾਇਆ ਆਪਣੀ ਜਮਾਤ ਵਿੱਚ ਕਵਿਤਾ ਸੰਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਪਹਿਲਾਂ ਉਸ ਕਵਿਤਾ ਦਾ 2-3 ਵਾਰ ਪਾਠ ਕਰਦੀ ਹੈ। ਅਜਿਹਾ ਕਰਨ ਦਾ ਪ੍ਰਮੁੱਖ ਉਦੇਸ਼? ਅਜਿਹਾ ਕਿਉਂ ਕਰਦੀ ਹੈ? ਇਹਦਾ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਬੀ, ਕਾਵਿ ਸੰਵੇਦਨਾ ਪੈਦਾ ਕਰਨਾ, ਜਿਸ ਨਾਲ ਸਿੱਖਿਆਰਥੀ ਅਰਥਾਂ ਦਾ ਅੰਦਾਜ਼ਾ ਲਗਾ ਸਕੇ। ਸੋ ਨੈਕਸਟ ਕੁਐਸਚਨ ਸਾਡਾ ਕੀ ਹੋਵੇਗਾ? ਕੁਐਸਚਨ ਨੰਬਰ 56, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਵਸਤੂਗਤ ਪ੍ਰਸ਼ਨ ਨਹੀਂ ਹੈ? ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਪ੍ਰਸ਼ਨ ਵਸਤੂਗਤ ਨਹੀਂ ਹੈ? ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਏ, ਖਾਲੀ ਥਾਵਾਂ ਭਰਨ ਵਾਲੇ। ਖਾਲੀ ਥਾਵਾਂ ਭਰਨ ਵਾਲੇ। ਇਹਨਾਂ ਵਿੱਚੋਂ ਮੂਲ ਰੂਪ ਵਿੱਚ ਕਿਹੜਾ ਪਾਠ ਉੱਚੀ ਉੱਚੀ ਪੜ੍ਹਨਾ ਚਾਹੀਦਾ ਹੈ? ਕਿਹੜਾ ਪਾਠ ਉੱਚੀ ਉੱਚੀ ਪੜ੍ਹਨਾ ਚਾਹੀਦਾ ਹੈ? ਆਪਸ਼ਨ ਨੰਬਰ ਬੀ, ਕਹਾਣੀ। ਕਹਾਣੀ ਉੱਚੀ ਉੱਚੀ ਪੜ੍ਹਨੀ ਚਾਹੀਦੀ ਹੈ। ਨਾਟਕ ਪੜ੍ਹਾਉਣ ਦਾ ਸਭ ਤੋਂ ਕਾਰਗਰ ਤਰੀਕਾ ਹੋ ਸਕਦਾ ਹੈ? ਨਾਟਕ ਪੜ੍ਹਾਉਣ ਦਾ ਸਭ ਤੋਂ ਕਾਰਗਰ ਤਰੀਕਾ ਕਿਹੜਾ ਹੋ ਸਕਦਾ ਹੈ? ਆਪਸ਼ਨ ਨੰਬਰ ਬੀ, ਵਿਦਿਆਰਥੀਆਂ ਨੂੰ ਨਾਟਕ ਦਾ ਮੰਚਨ ਕਰਨ ਲਈ ਉਤਸ਼ਾਹਿਤ ਕਰਨਾ। ਵਿਦਿਆਰਥੀਆਂ ਨੂੰ ਨਾਟਕ ਦਾ ਮੰਚਨ ਕਰਨ ਲਈ ਉਤਸ਼ਾਹਿਤ ਕਰਨਾ। ਸੋ ਆਪਸ਼ਨ ਨੰਬਰ ਬੀ ਇਜ਼ ਦ ਰਾਈਟ ਆਨਸਰ। ਨੈਕਸਟ 59 ਕੁਐਸਚਨ, ਭਾਸ਼ਾ ਅਖਤਿਆਰ ਕਰਨ ਦਾ ਸਭ ਤੋਂ ਅਹਿਮ ਢੰਗ ਹੈ? ਭਾਸ਼ਾ ਅਖਤਿਆਰ ਕਰਨ ਦਾ ਸਭ ਤੋਂ ਅਹਿਮ ਢੰਗ ਕਿਹੜਾ ਹੈ? ਆਪਸ਼ਨ ਨੰਬਰ ਏ, ਉਸ ਨੂੰ ਕੁਦਰਤੀ ਵਾਤਾਵਰਣ ਵਿੱਚ ਸੁਣਨਾ। ਸੋ ਨੈਕਸਟ ਕੁਐਸਚਨ 60, ਇਹਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ? ਭਾਸ਼ਾ ਦੇ ਬੁਨਿਆਦੀ ਗਿਆਨ ਦੇ ਵਿਕਾਸ ਲਈ ਵਿਆਕਰਣ ਇੱਕ ਸੰਦ ਹੈ। ਭਾਸ਼ਾ ਇੱਕ ਕਾਰਜ ਅਭਿਵਿਅਕਤੀ ਹੈ। ਭਾਸ਼ਾ ਅਤੇ ਵਿਚਾਰ ਅੰਤਰ ਨਿਰਭਰ ਹਨ। ਭਾਸ਼ਾ ਦੀਆਂ ਪਾਠ ਪੁਸਤਕਾਂ ਅਧਿਆਪਕ ਵਾਸਤੇ ਸੰਦਰਭ ਬਿੰਦੂ ਹੁੰਦੀਆਂ ਹਨ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਏ, ਭਾਸ਼ਾ ਦੇ ਬੁਨਿਆਦੀ ਗਿਆਨ ਦੇ ਵਿਕਾਸ ਕਰਨ ਲਈ ਵਿਆਕਰਣ ਇੱਕ ਸੰਦ ਹੈ। ਸੋ ਸਾਡੇ ਇਹ ਸੀਗੇ 60 ਕੁਐਸਚਨ। ਇਹਦਾ ਆਨਸਰ ਸੀਗਾ ਲਾਸਟ ਵਾਲੇ ਦਾ ਆਪਸ਼ਨ ਏ। ਸੋ ਆਈ ਹੋਪ ਇਹ ਵੀਡੀਓ ਤੁਹਾਡੇ ਲਈ
ਇਨਫੋਰਮੇਟਿਵ ਹੋਵੇਗੀ ਤੇ ਪ੍ਰੀਵੀਅਸ ਵੀਡੀਓਜ਼ ਵੀ ਇਨਫੋਰਮੇਟਿਵ ਹੀ ਰਹੀਆਂ ਹੋਣਗੀਆਂ। ਸੋ ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆਏ, ਇਨਫੋਰਮੇਟਿਵ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸੋ ਅਗਰ ਕਿਸੇ ਬੱਚੇ ਨੇ ਹਜੇ ਤੱਕ ਸਾਡੇ WhatsApp ਗਰੁੱਪ ਨੂੰ ਜੁਆਇਨ ਨਹੀਂ ਕੀਤਾ ਤਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ WhatsApp ਗਰੁੱਪ ਵਿੱਚ WhatsApp ਨੰਬਰ 'ਤੇ ਮੈਸੇਜ ਕਰਕੇ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਸੋ ਥੈਂਕਸ ਫॉर ਵਾਚਿੰਗ।